Good morning, students. I hope you all are doing well. And today I am going to continue our sixth chapter about goods and service tax. ਅੱਜ ਦੇ ਇਸ ਕਨਸੈਪਟ ਦੇ ਵਿੱਚ ਗੁੱਡਸ ਐਂਡ ਸਰਵਿਸ ਟੈਕਸ ਦੇ ਕਰੈਕਟਰਸ ਨੇ ਜਿਹੜੇ ਕਰੈਕਟਰਿਸਟਿਕਸ ਨੇ ਜਿਹੜੇ ਉਹ ਡਿਸਕਸ ਕੀਤੇ ਜਾਣਗੇ ਕਿ GST ਦੀਆਂ ਕੀ ਵਿਸ਼ੇਸ਼ਤਾਵਾਂ ਨੇ ਜਾਂ ਕਿਸ ਰੀਜ਼ਨ ਕਰਕੇ GST ਨੂੰ ਲੈ ਕੇ ਆਉਣਾ ਜ਼ਰੂਰੀ ਮੰਨਿਆ ਗਿਆ। ਫਸਟ ਆਫ ਆਲ ਦੇਖੋ ਕਿ ਜਿਹੜਾ GST ਆ ਉਹ ਜ਼ਿਆਦਾਤਰ ਕਿਸ ਚੀਜ਼ 'ਤੇ ਅਪਲਾਈ ਹੋ ਰਿਹਾ, ਗੁੱਡਸ ਦੀ ਸਪਲਾਈ ਔਰ ਜਿਹੜੀ ਉਹਨਾਂ ਦੀ ਸਰਵਿਸਿਜ਼ ਆ ਵੀ ਕੋਈ ਬਿਜ਼ਨਸਮੈਨ ਕੋਈ ਮਟੀਰੀਅਲ ਬਣਾ ਰਿਹਾ ਜਾਂ ਕੋਈ ਵੀ ਪਰਸਨ ਆ ਜਿਹੜਾ ਕਿਸੇ ਵੀ ਪਰਸਨ ਨੂੰ ਕੋਈ ਸਰਵਿਸ ਪ੍ਰੋਵਾਈਡ ਕਰ ਰਿਹਾ, ਜਿਵੇਂ ਕੋਈ ਡਾਕਟਰ, ਇੰਜੀਨੀਅਰ, ਠੀਕ ਹੈ, ਲਾਇਰ, ਅਗਰ ਕੋਈ ਇੱਦਾਂ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਜਾਂ ਕੋਈ ਵੀ ਪ੍ਰੋਫੈਸ਼ਨਲ ਜਿਹੜਾ ਪਰਸਨ ਆ ਕਿਸੇ ਨੂੰ ਕੋਈ ਹੈਲਪ ਪ੍ਰੋਵਾਈਡ ਕਰ ਰਿਹਾ ਔਰ ਹੈਲਪ ਕਰਨ ਦੇ ਬਦਲੇ ਵਿੱਚ ਕੋਈ ਪੈਸਾ ਲੈ ਰਿਹਾ, ਉੱਦਾਂ ਦੀਆਂ ਸਰਵਿਸਿਜ਼, ਜਾਂ ਕੋਈ ਮੈਨੂਫੈਕਚਰਿੰਗ ਕੋਈ ਕਰ ਰਿਹਾ, ਠੀਕ ਹੈ, ਸਮਾਨ ਬਣਾ ਰਿਹਾ ਔਰ ਉਹਨਾਂ ਗੁੱਡਸ ਨੂੰ ਬਣਾਉਣ 'ਤੇ ਉਹ ਇੱਕ ਜਿਹੜੇ ਪਰਸਨ ਹੋਣਗੇ ਇੱਕ ਟੈਕਸ ਦੇਣਗੇ, ਜਿਹੜੀ ਗਵਰਨਮੈਂਟ ਨੂੰ ਇੱਕ ਟੈਕਸ ਜਿਹੜਾ ਉਹ ਦਿੱਤਾ ਜਾਏਗਾ, ਉਹਨੂੰ ਗੁੱਡਸ ਐਂਡ ਸਰਵਿਸ ਟੈਕਸ ਬੋਲਿਆ ਜਾਂਦਾ। ਨੈਕਸਟ ਹੈ ਇਹਦੇ ਵਿੱਚ ਜਿਹੜੀ ਡੈਸਟੀਨੇਸ਼ਨ ਬੇਸਡ ਟੈਕਸ ਕੈਲਕੂਲੇਟ ਕੀਤਾ ਜਾਊਗਾ ਕਿ ਪਹਿਲਾਂ ਟਰਡੀਸ਼ਨਲ ਦੇ ਵਿੱਚ ਓਰੀਜਨ ਬੇਸਡ ਹੁੰਦਾ ਸੀ, ਪਰ ਹੁਣ ਜਿਹੜੀ ਇੱਕ ਡੈਸਟੀਨੇਸ਼ਨ ਬੇਸਡ ਜਿਹੜਾ ਉਹਨਾਂ ਦਾ ਟੈਕਸ ਲਿਆ ਜਾਊਗਾ ਵੀ ਕਿੰਨੀ ਇਹਨਾਂ ਨੇ ਆਪਣੀ ਡੈਸਟੀਨੇਸ਼ਨ ਆ ਜਿਹੜੀ ਉਹ ਸੈੱਟ ਕੀਤੀ ਹੈ। ਪਹਿਲਾਂ ਜੋ ਅਚੀਵ ਕਰਦੇ ਸੀ ਉਸ ਅਕੋਰਡਿੰਗ ਟੈਕਸ ਲੈਂਦੇ ਸੀਗੇ, ਪਰ ਹੁਣ ਜਿੰਨਾ ਉਹ ਮੰਨ ਕੇ ਚੱਲਦੇ ਆ ਉਸ ਮੁਤਾਬਿਕ ਟੈਕਸ ਜਿਹੜੇ ਉਹ ਲਏ ਜਾਂਦੇ ਆ। ਨੈਕਸਟ ਹੈ ਇਸ ਦੇ ਵਿੱਚ ਡਿਊਅਲ GST ਹੋਣਗੇ, ਦੋ ਹੋਣਗੇ, ਠੀਕ ਹੈ। GST ਇੱਕ ਤਾਂ ਸੈਂਟਰ ਗਵਰਨਮੈਂਟ ਦੁਆਰਾ ਲਗਾਇਆ ਜਾਏਗਾ, ਦੂਸਰਾ ਸਟੇਟ ਗਵਰਨਮੈਂਟ ਦੁਆਰਾ ਲਾਗੂ ਕੀਤਾ ਜਾਏਗਾ। ਜਿਹੜਾ ਟੈਕਸ ਸੈਂਟਰ ਗਵਰਨਮੈਂਟ ਨੂੰ ਪੇ ਕਰਨਾ ਹੋਊਗਾ ਜਾਂ ਜਿਹੜੇ ਏਰੀਆ ਦੇ ਲੋਕ ਸੈਂਟਰ ਗਵਰਨਮੈਂਟ ਦੇ ਅੰਡਰ ਵਿੱਚ ਆਉਂਦੇ ਆ ਜਾਂ ਜਿਹੜਾ ਟੈਕਸ ਸੈਂਟਰ ਦੇ ਵਿੱਚ ਆਉਂਦਾ ਹੈ ਉਹਨੂੰ ਅਸੀਂ ਸੈਂਟਰਲ ਗੁੱਡਸ ਐਂਡ ਸਰਵਿਸ ਟੈਕਸ ਬੋਲਦੇ ਹਾਂ। ਅਤੇ ਜਿਹੜਾ ਸਟੇਟ ਨੂੰ ਪੇ ਕੀਤਾ ਜਾਂਦਾ ਉਹ ਹੋਏਗਾ ਸਟੇਟ, ਉਹਨੂੰ ਅਸੀਂ ਕਹਿ ਸਕਦੇ ਹਾਂ ਸਟੇਟ ਗੁੱਡਸ ਐਂਡ ਸਰਵਿਸ ਟੈਕਸ। ਜਿਹੜਾ ਸੈਂਟਰਲ ਗੁੱਡਸ ਐਂਡ ਸਰਵਿਸ ਟੈਕਸ ਹੁੰਦਾ, ਠੀਕ ਹੈ, ਉਹ ਫਸਟ ਟੈਕਸ ਹੁੰਦਾ ਜਿਹੜਾ ਸੈਂਟਰ ਨੂੰ ਪੇ ਕਰਨਾ, ਜਿਹੜਾ ਸਟੇਟ ਦਾ ਹੁੰਦਾ ਉਹ ਸਟੇਟ ਗਵਰਨਮੈਂਟ ਨੂੰ ਪੇ ਕੀਤਾ ਜਾਂਦਾ ਹੈ। ਦੋ ਤਰ੍ਹਾਂ ਦੇ ਟੈਕਸ ਹੁੰਦੇ ਨੇ ਇਹ। ਨੈਕਸਟ ਹੈ ਕਿ ਜਿਹੜਾ GST ਆ, ਜੋ ਵੀ ਅਸੀਂ GST ਲਾਗੂ ਕਰ ਰਹੇ ਹਾਂ, ਠੀਕ ਹੈ, ਇੱਕ ਤਾਂ CGST ਹੋਊਗਾ ਜਿਹਨੂੰ ਅਸੀਂ ਸੈਂਟਰ ਗੁੱਡਸ ਐਂਡ ਸਰਵਿਸ ਟੈਕਸ ਬੋਲਦੇ ਹਾਂ, ਇੱਕ ਹੋਏਗਾ SGST ਜਿਹਨੂੰ ਸਟੇਟ ਗੁੱਡਸ ਐਂਡ ਸਰਵਿਸ ਟੈਕਸ ਬੋਲਦੇ ਆ, ਇੱਕ ਥਰਡ ਹੋਏਗਾ, ਤਿੰਨ ਤਰ੍ਹਾਂ ਦੇ ਹੁੰਦੇ ਆ ਇਹ, ਉਹ ਹੋਏਗਾ IGST। IGST ਦਾ ਮਤਲਬ ਹੋਊਗਾ ਇੰਟੈਗਰੇਟਡ, ਜਾਂ ਇਹਨੂੰ ਇੰਟਰ ਸਟੇਟ ਗੁੱਡਸ ਐਂਡ ਸਰਵਿਸ ਟੈਕਸ ਵੀ ਬੋਲਿਆ ਜਾਂਦਾ ਵੀ ਇਹ ਦੋ ਸਟੇਟਾਂ ਦੇ ਵਿੱਚ ਜਦੋਂ ਸਮਾਨ ਜਿਹੜਾ ਸੇਲ ਕੀਤਾ ਜਾਂਦਾ ਵੀ ਇੱਕ ਸਟੇਟ ਤੋਂ ਦੂਸਰੀ ਸਟੇਟ ਵਿੱਚ ਸਮਾਨ ਭੇਜਿਆ ਜਾਂਦਾ ਤਾਂ ਉਹ ਸਮਾਨ ਭੇਜਣ ਦੇ ਬਦਲੇ ਵਿੱਚ ਜਿਹੜਾ ਟੈਕਸ ਆ ਉਹ ਲਾਇਆ ਜਾਂਦਾ, ਤਾਂ ਉਸ ਟੈਕਸ ਨੂੰ ਅਸੀਂ IGST ਬੋਲਦੇ ਹਾਂ। ਸੈਂਟਰ ਔਰ ਸਟੇਟ ਗੁੱਡਸ ਆ ਜਿਹੜੇ ਇਹਨਾਂ ਦੀ ਵੈਲਿਊ ਜਿਹੜੀ ਉਹ 6% ਹੋਏਗੀ। ਜਿਹੜਾ IGST ਆ ਉਹ ਇਹਨਾਂ ਦੋਨਾਂ ਦਾ ਟੋਟਲ ਹੋਏਗਾ। IGST ਦੀ ਵੈਲਿਊ 12% ਰਹੇਗੀ। ਜਿਹੜਾ CGST ਔਰ SGST ਇਹ ਦੋਨੋਂ ਇਕੱਠੇ ਹੀ ਕੈਲਕੂਲੇਟ ਹੁੰਦੇ ਆ, ਇਹਨਾਂ ਦੀ ਪਰਸੈਂਟੇਜ ਆ ਜਿਹੜੀ ਅਲੱਗ-ਅਲੱਗ ਹੋਏਗੀ। ਇਹਦੀ 6% ਔਰ ਇਸ ਚੀਜ਼ ਦੀ ਵੀ 6% ਜਿਹੜੀ ਆ ਟੈਕਸ ਦੀ ਕੈਲਕੂਲੇਸ਼ਨ ਕੀਤੀ ਜਾਏਗੀ। ਇਹਦਾ ਮਤਲਬ ਕਿ ਕਿਸੇ ਨੇ ਸੈਂਟਰ ਦੇ ਵਿੱਚ ਸਮਾਨ ਨੂੰ ਸੇਲ ਕੀਤਾ, ਇਹਦਾ ਮਤਲਬ ਕਿ ਕਿਸੇ ਨੇ ਸਟੇਟ ਦੇ ਵਿੱਚ ਸਮਾਨ ਨੂੰ ਸੇਲ ਕੀਤਾ। 6% ਦੋਨਾਂ ਦੀ, ਠੀਕ ਹੈ, ਕੈਲਕੂਲੇਸ਼ਨ। ਔਰ ਜਦੋਂ ਅਸੀਂ ਇੰਟਰ ਸਟੇਟ ਦਾ ਟੈਕਸ ਪੇ ਕਰਨਾ ਤਾਂ ਇਹਨਾਂ ਦੋਨਾਂ ਦਾ ਟੋਟਲ ਟੈਕਸ ਹੈ ਜਿਹੜਾ ਉਹ ਇੱਥੇ ਆ ਜਾਏਗਾ, ਫਿਰ ਟੈਕਸ ਦੀ ਕੈਲਕੂਲੇਸ਼ਨ 12% ਹੋ ਜਾਏਗੀ। ਅੱਗੇ ਹੈ ਫਿਫਥ ਪੁਆਇੰਟ, ਜਿਹੜਾ GST ਹੈ ਉਹਨੇ ਕਈ ਸਾਰੇ ਟੈਕਸ ਆ ਜਿਹੜੇ ਉਹਨਾਂ ਨੂੰ ਰਿਪਲੇਸ ਕਰਤਾ। ਪਹਿਲਾਂ ਟੈਕਸ ਬਹੁਤ ਜ਼ਿਆਦਾ ਲਗਾਏ ਜਾਂਦੇ ਸੀਗੇ, ਉਹਨਾਂ ਦੇ ਅਲੱਗ-ਅਲੱਗ ਟਾਈਪਸ ਹੁੰਦੀਆਂ ਸੀਗੀਆਂ, ਕਿਸਮਾਂ ਬਹੁਤ ਜ਼ਿਆਦਾ ਸੀ, ਪਰ ਹੁਣ ਉਹਨਾਂ ਸਾਰੀਆਂ ਟਾਈਪਸ ਨੂੰ ਰਿਮੂਵ ਕੀਤਾ ਗਿਆ। ਸਿਰਫ ਇੱਕ ਟਾਈਪ ਲੈ ਕੇ ਆਉਂਦੀ ਆ, ਉਹ ਹੈ GST। ਸੈਂਟਰ ਐਕਸਾਈਜ਼ ਡਿਊਟੀ ਹੈ ਜਿਹੜੀ ਉਹਨੂੰ ਖ਼ਤਮ ਕਰ ਦਿੱਤਾ ਗਿਆ, ਠੀਕ ਹੈ। ਸਰਵਿਸ ਟੈਕਸ, ਇਕੱਲਾ ਜਿਹੜਾ ਸਰਵਿਸ ਟੈਕਸ ਸੀਗਾ ਜੋ ਬਹੁਤ ਹੀ ਘੱਟ ਲੋਕ ਪੇ ਕਰਦੇ ਸੀਗੇ ਉਹ ਖ਼ਤਮ ਕੀਤਾ ਗਿਆ, ਠੀਕ ਹੈ। CVD ਜਿਹੜਾ ਟੈਕਸ ਸੀਗਾ ਉਹਨੂੰ ਵੀ ਜਿਹੜਾ ਕਹਿ ਸਕਦੇ ਹਾਂ ਕਿ ਰਿਮੂਵ ਕਰ ਦਿੱਤਾ ਗਿਆ, ਠੀਕ ਹੈ। SACD ਜਿਹੜਾ ਟੈਕਸ ਹੈ ਜਿਹਨੂੰ ਅਸੀਂ ਵੈਲਿਊ ਐਡਡ ਟੈਕਸ ਵੀ ਬੋਲਦੇ ਸੀ, ਜ਼ਿਆਦਾਤਰ ਇਹ ਇੰਪੋਰਟਸ ਵਗੈਰਾ 'ਤੇ ਲਗਾਇਆ ਜਾਂਦਾ ਸੀਗਾ। ਦੋਨੋਂ ਟੈਕਸ ਜਿਹੜੇ ਐਕਸਾਈਜ਼ ਡਿਊਟੀ ਔਰ ਇੰਪੋਰਟ ਦੇ ਨਾਲ ਲਗਾਏ ਜਾਂਦੇ ਸੀਗੇ, ਠੀਕ ਹੈ। ਸੈਂਟਰਲ ਸੇਲ ਟੈਕਸ ਇਹਨੂੰ ਵੀ ਖ਼ਤਮ ਕੀਤਾ ਗਿਆ, ਠੀਕ ਹੈ।
ਐਕਸਾਈਜ਼ ਡਿਊਟੀ ਜਿਹੜੀ ਮੈਡੀਕਲ ਅਤੇ ਟੋਇਲਟ ਪ੍ਰੈਪਰੇਸ਼ਨਸ 'ਤੇ ਲਗਾਈ ਜਾਂਦੀ ਸੀ, ਯਾਨੀ ਕਿ ਜੋ ਸਮਾਨ ਬਣਦਾ ਸੀਗਾ, ਠੀਕ ਹੈ, ਮੈਡੀਕਲ ਫੈਸਿਲਿਟੀਜ਼ ਜੋ ਆਪਾਂ ਨੂੰ ਮਟੀਰੀਅਲ ਮਿਲਦਾ ਮੈਡੀਸਨਸ ਵਗੈਰਾ 'ਤੇ ਲਗਾਇਆ ਜਾਂਦਾ ਸੀ, ਉਹਨੂੰ ਖ਼ਤਮ ਕੀਤਾ ਗਿਆ, ਉਹਦੀ ਜਗ੍ਹਾ 'ਤੇ ਵੀ GST ਲਗਾਇਆ ਗਿਆ। ਸਰਚਾਰਜ, ਠੀਕ ਹੈ, ਜਿਹੜੇ ਸਾਡੇ ਕੋਲ ਸਰਚਾਰਜ ਦੇ ਜਾਂ ਸਰਚਾਰਜ ਦੀਆਂ ਵੈਲਿਊ ਸੀਗੀਆਂ ਉਹਨਾਂ 'ਤੇ ਜਿਹੜਾ ਟੈਕਸ ਲਗਾਇਆ ਜਾਂਦਾ ਸੀ ਉਹਨੂੰ ਵੀ ਖ਼ਤਮ ਕੀਤਾ ਗਿਆ। ਹੁਣ ਇਸ ਤੋਂ ਬਾਅਦ ਸੀਗਾ ਕਿ ਜਿਹੜੀ ਸਾਡੇ ਕੋਲ ਸਟੇਟ ਗੌਰਮੈਂਟ ਆ ਉਹ ਕਿਹੜੇ ਟੈਕਸਿਸ ਆ ਜਿਹੜੇ ਉਹ ਸਬਸਕ੍ਰਾਈਬ ਕਰਦੀ ਆ, ਜਾਂ ਕਿਹੜੇ ਉਹਨਾਂ ਨੂੰ ਸਬਸਕ੍ਰਾਈਬ ਕਰਨੇ ਮਿਲਦੇ ਆ GST ਦੇ ਵਿੱਚ ਵੀ ਕਿਹੜੇ ਟੈਕਸਿਸ ਨੂੰ ਕਵਰ ਕਰ ਸਕਦੀ ਆ GST ਦੇ ਹੈੱਡ ਵਿੱਚ। ਇੱਕ ਤਾਂ ਉਹ ਵੈਟ ਨੂੰ, ਵੈਲਿਊ ਐਡਡ ਟੈਕਸ ਨੂੰ ਐਡ ਕਰ ਸਕਦੇ ਆ। ਕੋਈ ਵੀ ਇੰਟਰਟੇਨਮੈਂਟ ਦਾ ਕੋਈ ਕੰਮ ਚੱਲ ਰਿਹਾ ਸਟੇਟ ਗਵਰਨਮੈਂਟ ਉਹਦੇ ਲਈ ਜਿਹੜੇ ਚਾਰਜ ਕਰ ਸਕਦੀ ਆ GST ਦੇ ਲਈ। ਕੋਈ ਲਗਜ਼ਰੀ ਆ, ਠੀਕ ਹੈ, ਕੋਈ ਲਗਜ਼ਰੀ ਜਿਵੇਂ ਆਪਾਂ ਕਹਿ ਸਕਦੇ ਹਾਂ ਪ੍ਰੋਪਰਟੀ ਦਾ ਟੈਕਸ। ਅੱਗੇ ਟੈਕਸਿਸ ਔਨ ਲੋਟਰੀ, ਕਿਸੇ ਨੂੰ ਲੋਟਰੀ ਮਿਲੀ ਆ, ਠੀਕ ਹੈ, ਜਾਂ ਕੋਈ ਜਿੱਤਿਆ ਹੈ, ਕੋਈ ਬਹੁਤ ਜ਼ਿਆਦਾ ਪੈਸਾ ਜਿੱਤਿਆ ਹੋਵੇ ਕਿਸੇ ਵੀ ਗੇਮ ਵਗੈਰਾ 'ਚੋਂ, ਜਾਂ ਕੋਈ ਉਹਨੂੰ ਅਚਾਨਕ ਕੋਈ ਇਨਕਮ ਇਕੱਠੀ ਮਿਲੀ ਹੋਵੇ ਜਿਹਨੂੰ ਅਸੀਂ ਐਜ਼ ਅ ਲੋਟਰੀ ਬੋਲ ਸਕਦੇ ਹਾਂ, ਠੀਕ ਹੈ, ਉਹਨਾਂ ਸਾਰੀਆਂ ਚੀਜ਼ਾਂ 'ਤੇ ਗਵਰਨਮੈਂਟ ਆ ਜਿਹੜੀ ਉਹ ਸਟੇਟ ਟੈਕਸ ਆ ਜਿਹੜੇ ਉਹ ਲਗਾਏ ਜਾ ਸਕਦੇ ਆ। ਸਰਚਾਰਜਿਸ 'ਤੇ ਵੀ ਲਗਾਏ ਜਾਣਗੇ। ਅੱਗੇ ਹੋਣਗੀਆਂ ਕੁਛ ਕੋਮੋਡਿਟੀਜ਼ ਦਾ ਮਤਲਬ ਹੁੰਦਾ ਸਮਾਨ। ਕੁਛ ਸਮਾਨ ਇੱਦਾਂ ਦੇ ਹੁੰਦੇ ਆ ਜਿਹੜੇ GST ਤੋਂ ਬਾਹਰ ਰੱਖੇ ਜਾਂਦੇ ਆ, ਜਿਹੜੇ GST ਦੇ ਵਿੱਚ ਨਹੀਂ ਆਉਂਦੇ, ਕਿਉਂਕਿ ਇਹ ਜਿਹੜੇ ਸਮਾਨ ਆ ਉਹਨਾਂ ਨੂੰ GST ਦਾ ਪਾਰਟ ਨਹੀਂ ਮੰਨਿਆ ਜਾਂਦਾ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਅਲਕੋਹਲ ਫॉर ਹਿਊਮਨ ਕੰਜ਼ੰਪਸ਼ਨ, ਠੀਕ ਹੈ, ਇਲੈਕਟ੍ਰੀਸਿਟੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ 'ਤੇ ਟੈਕਸ ਹੈ ਜਿਹੜਾ ਉਹ ਨਹੀਂ ਰੱਖਿਆ ਜਾਂਦਾ, ਇਹਨਾਂ ਨੂੰ ਟੈਕਸ ਤੋਂ ਬਾਹਰ ਰੱਖਿਆ ਜਾਂਦਾ ਕਿਉਂਕਿ ਨਾ ਹੀ ਤਾਂ ਇਹ ਸਰਵਿਸਿਜ਼ ਆ ਅਤੇ ਨਾ ਹੀ ਇਹ ਗੁੱਡਸ ਨੇ। ਅੱਗੇ ਹੈ ਸਾਡੇ ਕੋਲ GST ਹੈ ਜਿਹੜਾ ਉਹ ਵੈਲਿਊ ਐਡਡ ਟੈਕਸ ਦੇ ਵਾਂਗੂ ਹੀ ਕੰਮ ਕੀਤਾ ਜਾਂਦਾ ਹੈ। ਕਿਉਂਕਿ ਇਹ ਆਪਾਂ ਨੂੰ ਕੋਈ ਵੀ ਪਰਸਨ ਆ ਕੋਈ ਸਮਾਨ ਬਣਾ ਰਿਹਾ ਉਹਨੂੰ ਪੇ ਕਰਨਾ ਹੁੰਦਾ ਹੈ। GST ਜਿਹੜਾ ਉਹਨਾਂ ਨੇ ਪੇ ਕਰਨਾ ਹੁੰਦਾ ਹੈ ਉਹ ਜ਼ਿਆਦਾਤਰ ਵੈਲਿਊ ਐਡਡ ਟੈਕਸ ਦੀ ਤਰ੍ਹਾਂ ਹੀ ਪੇ ਕਰਨਾ ਹੁੰਦਾ ਹੈ। ਇਹ ਜ਼ਿਆਦਾਤਰ ਜਿਹੜੇ ਇੰਕਰੀਮੈਂਟਲ ਵੈਲਿਊਜ਼ ਹੁੰਦਾ, ਇੰਕਰੀਮੈਂਟ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਕੀਮਤ ਦੇ ਵਿੱਚ ਵਾਧਾ ਹੋ ਜਾਣਾ, ਇੰਕਰੀਮੈਂਟ ਹੋ ਜਾਣਾ, ਠੀਕ ਹੈ। ਜਦੋਂ ਕਿਸੇ ਚੀਜ਼ ਦੇ ਵਿੱਚ ਵਾਧਾ ਹੁੰਦਾ ਹੈ ਜਾਂ ਸਰਵਿਸਿਜ਼ ਵਗੈਰਾ ਦੇ ਵਿੱਚ ਵਾਧਾ ਹੁੰਦਾ ਜਾਂ ਗੁਡਸ ਦੀ ਸਪਲਾਈ ਦੇ ਵਿੱਚ ਵਾਧਾ ਹੁੰਦਾ ਹੈ ਉਦੋਂ ਵੈਲਿਊ ਐਡਡ ਟੈਕਸ ਨੂੰ ਕੀ ਹੈ ਲਗਾਇਆ ਜਾਂਦਾ। ਅਤੇ ਉਹੀ ਵੈਲਿਊ ਐਡਡ ਟੈਕਸ ਹੈ ਜਿਹੜਾ ਹੁਣ ਉਸ ਨੂੰ ਨਾਮ ਦਿੱਤਾ ਗਿਆ ਹੈ GST ਵੈਲਿਊ ਐਡਡ ਟੈਕਸ। ਨੈਕਸਟ ਹੈ ਸਾਡੇ ਕੋਲ GST ਹੈ ਜਿਹੜਾ ਗੁਡਸ ਨੂੰ ਖਰੀਦਣ ਔਰ ਗੁਡਸ ਨੂੰ ਜਿਹੜਾ ਸੇਲ ਕਰਨ 'ਤੇ ਲਗਾਇਆ ਜਾਂਦਾ, ਠੀਕ ਹੈ। GST ਜਿਹੜਾ ਗੁਡਸ ਨੂੰ ਪਰਚੇਜ਼ ਕਰਨ 'ਤੇ ਲਗਾਇਆ ਜਾਂਦਾ, ਠੀਕ ਹੈ, ਉਹ ਕੀ ਆ ਕੋਸਟ 'ਤੇ ਨਹੀਂ ਹੁੰਦਾ ਬਟ ਇੱਕ ਐਸਟ ਹੁੰਦਾ ਹੈ, ਉਹ ਕੋਸਟ ਨਹੀਂ ਹੁੰਦੀ ਕਿ ਇੱਕ ਐਸਟ ਹੁੰਦਾ ਕਿ ਜੋ ਸਮਾਨ ਉਹਨਾਂ ਨੇ ਖਰੀਦਿਆ ਉਹਦਾ GST ਉਹਨਾਂ ਨੇ ਇੱਕ ਵਾਰੀ ਪੇ ਕਰ ਦੇਣਾ, ਬਟ ਬਾਅਦ ਦੇ ਵਿੱਚ ਜਦੋਂ ਉਹ ਗੁਡਸ ਨੂੰ ਸੇਲ ਕਰਨਗੇ ਉਹਦੇ ਵਿੱਚ ਉਸੇ ਰੇਟ ਨੂੰ ਕਿ ਉਹ ਐਡਜਸਟ ਕਰ ਲੈਣਗੇ। ਵੀ ਜੇ ਅੱਜ ਉਹਨਾਂ ਨੇ ਉਹ ਟੈਕਸ ਪੇ ਕਰਤਾ ਸਮਾਨ ਨੂੰ ਖਰੀਦਣ ਦੇ ਲਈ, ਰॉ ਮਟੀਰੀਅਲ ਖਰੀਦਣ ਦੇ ਲਈ ਜੇ ਉਹਨਾਂ ਨੇ ਕਿਸੇ ਨੂੰ GST ਪੇ ਕੀਤਾ ਹੈ, ਠੀਕ ਹੈ, ਤਾਂ ਉਹੀ GST ਦੀ ਕੀਮਤ ਉਹਨਾਂ ਨੇ ਸੇਲ ਦੇ ਟਾਈਮ ਸਮਾਨ ਦੇ ਵਿੱਚੋਂ ਕੱਢ ਲੈਣੀ ਹੈ ਕਿਉਂਕਿ ਉਹ ਪ੍ਰਾਈਸ ਦੇ ਵਿੱਚ ਹੀ ਐਡ ਕਰ ਦਿੰਦੇ ਉਸ ਵੈਲਿਊ ਨੂੰ ਤਾਂ ਕਿ ਕਸਟਮਰ ਦੁਆਰਾ ਉਹ ਵੈਲਿਊ ਪੇ ਕੀਤੀ ਜਾ ਸਕੇ। ਤਾਂ ਇਹਦੇ ਵਿੱਚ ਅਲਟੀਮੇਟ ਜਿਹੜੀ ਪੇਮੈਂਟ ਕੌਣ ਕਰੇਗਾ? ਕਸਟਮਰ ਕਰੇਗਾ, ਨਾ ਕਿ ਕੋਈ ਪਰਸਨ। ਅੱਗੇ ਹੈ GST ਹੈ ਕੋਈ ਕਿਸੇ ਦੀ ਇਨਕਮ ਨਹੀਂ ਹੋਏਗੀ, ਠੀਕ ਹੈ। ਜਿਹੜਾ ਮੈਨੂਫੈਕਚਰਿੰਗ ਕਰ ਰਿਹਾ ਹੋਊਗਾ, ਮਟੀਰੀਅਲ ਨੂੰ ਬਣਾ ਰਿਹਾ ਹੋਊਗਾ, GST ਜਿਹੜਾ ਇਕੱਠਾ ਕੀਤਾ ਜਾ ਰਿਹਾ, ਠੀਕ ਹੈ, ਜਾਂ ਕੋਈ ਸਮਾਨ ਨੂੰ ਸੇਲ ਕੀਤਾ ਜਾ ਰਿਹਾ, ਉਹ ਕਿਸੇ ਦੀ ਇਨਕਮ ਨਹੀਂ ਆ, ਉਹ ਸਿਰਫ ਇੱਕ ਲਾਇਬਿਲਟੀ ਆ ਜਿਹੜੀ ਇੱਕ ਪਰਸਨ ਨੇ ਇਕੱਠੀ ਕਰਕੇ ਦੂਸਰੇ ਪਰਸਨ ਦੀ ਹੈਲਪ ਦੇ ਨਾਲ ਸਟੇਟ ਅਤੇ ਸੈਂਟਰ ਗਵਰਨਮੈਂਟ ਨੂੰ ਪ੍ਰੋਵਾਈਡ ਕਰ ਦੇਣੀ ਆ। ਇਹਦੇ ਵਿੱਚ ਸਾਨੂੰ ਜੇ ਤਾਂ ਅਸੀਂ ਸਮਾਨ ਖਰੀਦ ਰਹੇ ਹਾਂ ਤਾਂ ਸਾਨੂੰ ਇਨਪੁਟ GST ਦੇਣਾ ਪੈਂਦਾ ਹੈ, ਅਤੇ ਜੇ ਅਸੀਂ ਸਮਾਨ ਨੂੰ ਸੇਲ ਕਰ ਰਹੇ ਹਾਂ ਤਾਂ ਸਾਨੂੰ ਆਊਟਪੁੱਟ GST ਜਿਹੜਾ ਉਹ ਪੇ ਕਰਨਾ ਪਏਗਾ। ਤਾਂ ਇਹ ਕਿਸੇ ਪਰਸਨ ਦੀ ਇਨਕਮ ਦਾ ਜ਼ਰੀਆ ਨਹੀਂ ਹੈ, ਇਹ ਸਿਰਫ ਗਵਰਨਮੈਂਟ ਨੂੰ ਪੇ ਕਰਨਾ ਹੈ, ਇਹ ਕਿਸੇ ਨੋਰਮਲ ਪਰਸਨ ਦੀ ਆਪਦੀ ਇਨਕਮ ਨਹੀਂ ਹੈ। ਇਹ ਇੱਕ ਜ਼ਿੰਮੇਵਾਰੀ ਹੈ ਜਿਹੜੀ ਉਹਨਾਂ ਨੇ ਗਵਰਨਮੈਂਟ ਨੂੰ ਪੇ ਕਰਨੀ ਆ। ਇੱਕ ਜਣਾ ਕਲੈਕਟ ਕਰੇਗਾ, ਦੂਸਰਾ ਉਸ ਪੇਮੈਂਟ ਨੂੰ ਗਵਰਨਮੈਂਟ ਤੱਕ ਪਹੁੰਚਾਏਗਾ। ਅੱਗੇ ਹੈ ਹਰੇਕ ਸਟੇਟ ਜਾਂ ਕੋਈ ਵੀ ਯੂਨੀਅਨ ਟੈਰੀਟਰੀ ਆ, ਠੀਕ ਹੈ, ਉਹਦੇ ਕੁਝ ਆਪਦੀਆਂ ਗੁਡਸ ਐਂਡ ਸਰਵਿਸਿਜ਼ ਟੈਕਸ ਹੁੰਦੇ ਆ ਕਿਉਂਕਿ ਹਰੇਕ ਜਗ੍ਹਾ 'ਤੇ ਅਲੱਗ-ਅਲੱਗ ਰੂਲਸ ਆ ਜਿਹੜੇ ਉਹ ਦੇਖਣ ਨੂੰ ਮਿਲਦੇ ਆ, ਠੀਕ ਹੈ। ਅਤੇ ਇਸ ਕਰਕੇ ਜਿਹੜਾ GST ਲਾਗੂ ਕੀਤਾ ਜਾ ਰਿਹਾ ਉਹ ਹਰੇਕ ਜਿਹੜਾ ਸਬ ਹੈਡਿੰਗ ਹੋਊਗਾ ਜਾਂ ਹਰੇਕ ਜਿਹੜੇ ਰੂਲਸ ਹੋਣਗੇ ਉਹਦੇ ਅਕੋਰਡਿੰਗ ਲਗਾਏ ਜਾਣਗੇ ਤਾਂ ਸੇਮ ਰੇਟ ਹੋਊਗਾ, ਠੀਕ ਹੈ, ਕੋਈ ਇਹਦੇ ਵਿੱਚ ਚੇਂਜ ਨਹੀਂ ਹੋਊਗਾ। ਬੇਸ਼ੱਕ ਕਿਸੇ ਯੂਨੀਅਨ ਟੈਰੀਟਰੀ ਦੀਆਂ ਕੁਛ ਆਪਦੀਆਂ ਰੂਲਸ ਹੋਣਗੇ ਬਟ GST ਆ ਜਿਹੜਾ ਉਹ 1% 'ਤੇ ਹੀ ਲਗਾਇਆ ਜਾਊਗਾ। ਵੀ ਜੇ 6% ਆ ਤਾਂ 6%, ਅਗਰ 12 ਆ ਤਾਂ 12, ਕੋਈ ਜ਼ਿਆਦਾ ਚਾਰਜ ਨਹੀਂ ਕਰ ਸਕਦਾ, ਠੀਕ ਹੈ, ਕੋਈ ਵੈਲਿਊਜ਼ ਨੂੰ ਜ਼ਿਆਦਾ ਪੇਮੈਂਟ ਆ ਜਿਹੜੀ ਉਹ ਨਹੀਂ ਲੈ ਸਕਦਾ ਜਿੰਨੀ ਵੈਲਿਊ ਗਵਰਨਮੈਂਟ ਨੇ
ਲਿਖੀ ਹੋਈ ਹੈ ਉਸ ਤੋਂ ਜ਼ਿਆਦਾ ਜਿਹੜੀ ਪੇਮੈਂਟ ਆ ਕੋਈ ਕਲੈਕਟ ਨਹੀਂ ਕਰ ਸਕਦਾ। ਸੋ ਇਹ ਅੱਜ ਦੇ ਕਨਸੈਪਟ ਨੇ। ਉਮੀਦ ਆ ਕਿ ਤੁਹਾਨੂੰ ਸਮਝ ਆਈ ਹੋਏਗੀ। ਅਗਰ ਕਿਸੇ ਨੂੰ ਵੀ ਕੋਈ ਡਾਊਟ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਥੈਂਕ ਯੂ। ਹੈਵ ਅ ਨਾਈਸ ਡੇ।